परम सत्कारयोग सतगुरां दी साजी और नवाजी हुई साध संगत दियो, आप माई पाई काफ़ी समय तो चौरां तख्तां दे मालिक गुरता गदी ते विराजमान प्रतख सतगुरु सारे संसार दे सांझे रहबर धन धन गुरु ग्रंथ साहिब महाराज जी दे पावन पवित्र चरणां दे विच बैठ करके रब्बी गुरबाणी दे जाप सरवण करदे आ रहे हो। आओ रल मिल के गुरबाणी दियां विचारां सरवण करिए। जिहड़ी याद साईं दी विच गुजरे पैंदी है मुजरे, नहीं तो सानू हासिल की आ। जिहड़ी याद वो परमेश्वर दे प्यार दे विच गुजरदी आ, वो लेखे दे विच पैंदा है समा। सो कल विचार चल रही सी कपूरे दे भतीजे दी मौत। चौधरी कपूरा 3 दिन भगते पिंड विच निवास करके कलंगीधर पातशाह गुरु गोबिंद सिंह महाराज जी अगे चल पे। रास्ते विच बंदर गोत दे जट्टां दा बंदा पिंड आया। उन्होंने सतगुरु जी दी बड़े प्यार दे नाल जथा जोग सेवा की। सतगुरु कलंगीधर पातशाह गुरु गोबिंद सिंह महाराज जी ने उन्हां दा प्रेम देख के एक रात इत्थे विश्राम किया। बंदर पिंड तो चल के बरगाड़ी पिंड पहुंचे। उत्थे कपूरे दा भतीजा रहिंदा सी। उसने गुरु जी दे डेरे नूं बड़े प्रेम नाल अपने पास रख के सेवा की। कपूरे दा भतीजा तैयार होके अपने चाचे कपूरे ते चढ़ाई करन लगा सी। कलंगीधर पातशाह गुरु गोबिंद सिंह महाराज जी ने कहा, तू चढ़ाई ना कर, वो आप ही तेरे उत्ते चढ़ के आ रहा है। जदों आवेगा तां ओह आवेगा तां तू अपने घरों बाहर ना निकली, जे निकलेगा तां मारिया जावेगा। ओ सिख गुरु जी का बचन मन के घर चलिया गया। दूसरे दिन कपूरा चढ़ाई करके आ गया। उहदे भतीजे ने अपने पिंड दे होर सारे आदमियां उस नाल लड़न वास्ते भेज दिते, पर आप अपने घर अंदर गुरु जी दे बचनां अनुसार बैठा रहा। तो गुरमुख प्यारिओ, जद बाहर कमसान की लड़ाई होने लग पई तो उहदी घरवाली ने उसनू कहा कि हुण तू कैरां वांगू अंदर बैठा है, सामने हो के लड़दा क्यों नहीं? जे नहीं लड़ना तो तू मेरी आ वस्त्र पहला दुपट्टा ले ला
ਤੇ ਮੈਂ ਤੇਰੀ ਪੱਗ ਬੰਨ ਕੇ ਸਿਰ ਉੱਤੇ ਸਾਤਰ ਧਾਰਨ ਕਰਕੇ ਆਪ ਯੁੱਧ ਵਿੱਚ ਜਾ ਕੇ ਦੁਸ਼ਮਣਾਂ ਨਾਲ ਲੜਾਂਗੀ। ਤਾਂ ਗੁਰਮੁਖ ਪਿਆਰਿਓ, ਜਦ ਇਸ ਤਰ੍ਹਾਂ ਉਸਦੀ ਇਸਤਰੀ ਨੇ ਮਿਹਣੇ ਮਾਰੇ ਤਾਂ ਉਹ ਤਿਆਰ ਹੋ ਕੇ ਲੜਨ ਚਲਿਆ ਗਿਆ ਤੇ ਜ਼ੋਰ ਨਾਲ ਯੁੱਧ ਕਰਕੇ ਕਪੂਰੇ ਦੇ ਆਦਮੀਆਂ ਨੇ ਇੱਕ ਵਾਰ ਹੀ ਬੰਦੂਕਾਂ ਛੱਡ ਕੇ ਉਸ ਨੂੰ ਘਾਇਲ ਕਰਕੇ ਮਾਰ ਦਿੱਤਾ। ਉਸ ਦੇ ਆਦਮੀ ਉਹਦੀ ਮੁਰਦਾ ਲੋਥ ਨੂੰ ਚੁੱਕ ਕੇ ਪਿੰਡ ਲੈ ਆਏ। ਉਸ ਦੇ ਇੱਕ ਸੰਬੰਧੀ ਨੇ ਗੁਰੂ ਜੀ ਨੂੰ ਆਣ ਕੇ ਦੱਸਿਆ, ਮਹਾਰਾਜ ਕਿ ਜਿਸ ਚੌਧਰੀ ਨੂੰ ਤੁਸੀਂ ਕਪੂਰੇ ਨਾਲ ਅੱਗੇ ਹੋ ਕੇ ਲੜਨ ਤੋਂ ਮਨਾ ਕੀਤਾ ਸੀ ਉਹ ਮਰ ਗਿਆ ਹੈ। ਗੁਰੂ ਜੀ ਨੇ 3 ਵਾਰ ਉਸ ਨੂੰ ਕਿਹਾ ਕਿ ਚੌਧਰੀ ਮਰਿਆ ਨਹੀਂ, ਪਰ ਉਹ ਆਦਮੀ ਬੜੇ ਹੱਠ ਨਾਲ ਉੱਤਰ ਦੇਵੇ, ਗੁਰੂ ਜੀ ਮੈਂ ਸੱਚ ਕਹਿੰਦਾ ਹਾਂ, ਉਹ ਚੌਧਰੀ ਮਰ ਗਿਆ ਹੈ। 3 ਵਾਰ ਜਦ ਉਸਨੇ ਇਹੀ ਉੱਤਰ ਦਿੱਤਾ ਤਾਂ ਗੁਰੂ ਜੀ ਨੇ ਆਪਣੇ ਮੱਠ ਖੋਲ ਕੇ ਗੁਰੂ ਜੀ ਨੇ ਆਪਣੀ ਮੁੱਠ ਖੋਲ ਕੇ ਆਖਿਆ, ਉਸ ਨੂੰ ਜਿੰਦਾ ਕਰਨ ਵਾਸਤੇ ਉਸ ਦੀ ਜਾਨ ਤਾਂ ਅਸਾਂ ਆਪਣੀ ਮੁੱਠੀ ਵਿੱਚ ਲਈ ਹੋਈ ਸੀ, ਪਰ ਤੂੰ 3 ਵਾਰ ਸਾਡਾ ਵਚਨ ਨਹੀਂ ਮੰਨਿਆ ਤਾਂ ਅਸਾਂ ਉਸ ਨੂੰ ਛੱਡ ਦਿੱਤਾ ਹੈ। ਹੁਣ ਉਹ ਠੀਕ ਹੀ ਮਰ ਗਿਆ ਹੈ। ਗੁਰੂ ਜੀ ਦਾ ਇਹ ਬਚਨ ਸੁਣ ਕੇ ਉਸ ਦੇ ਸੰਬੰਧੀਆਂ ਨੂੰ ਬੜਾ ਅਫਸੋਸ ਹੋਇਆ, ਪਰ ਹੁਣ ਕੀ ਹੋ ਸਕਦਾ ਸੀ ਅਤੇ ਉਸ ਨੂੰ ਅਗਨ ਭੇਟ ਕਰ ਦਿੱਤਾ ਗਿਆ। ਗੁਰਮੁਖ ਪਿਆਰਿਓ, ਬਚਨ ਮੰਨਣ ਦੀ ਗੱਲ ਹੈ। ਬਚਨ ਮੰਨਣ ਦੀ ਗੱਲ ਹੁੰਦੀ ਆ ਸਾਧੂਆਂ ਦਾ, ਰੱਬ ਦੇ ਪਿਆਰਿਆਂ ਦਾ, ਰੱਬ ਦਾ, ਗੁਰੂ ਦਾ ਬਚਨ ਜਿਹੜੇ ਮੰਨਦੇ ਨੇ ਉਹ ਤਰ ਜਾਂਦੇ ਨੇ। ਜਿਹੜੇ ਗੁਰੂ ਦਾ, ਰੱਬ ਦੇ ਪਿਆਰਿਆਂ ਦਾ, ਸਾਧੂਆਂ ਦਾ ਬਚਨ ਨਹੀਂ ਮੰਨਦੇ ਭਾਈ, ਫਿਰ ਉਹ ਕੁਝ ਨਾ ਕੁਝ ਦੁੱਖ ਜ਼ਰੂਰ ਪਾਉਂਦੇ ਨੇ। ਉਹ ਦੁੱਖ ਜ਼ਰੂਰ ਪਾਉਂਦੇ ਨੇ। ਬਚਨ ਮੰਨ ਕੇ ਸੇਵਾ ਕਰਨ ਦਾ ਆਨੰਦ ਵੱਖਰਾ ਹੈ। ਇੱਕ ਤਾਂ ਆਪਾਂ ਨੇ ਆਪ ਸੇਵਾ ਕਰਨੀ ਹੈ, ਇੱਕ ਬਚਨ ਮੰਨ ਕੇ ਸੇਵਾ ਕਰਨੀ ਹੈ। ਇਹਦੇ ਵਿੱਚ ਬਹੁਤ ਫਰਕ ਹੁੰਦਾ, ਬੜਾ ਆਨੰਦ ਹੁੰਦਾ ਸੇਵਾ ਦਾ। ਜਿਨ੍ਹਾਂ ਨੇ ਸੇਵਾ ਕੀਤੀ ਹੁੰਦੀ ਆ ਨਾ, ਉਹਨਾਂ ਨੂੰ ਆਨੰਦ ਦਾ ਪਤਾ। ਤਾਂ ਗੁਰਮੁਖ ਪਿਆਰਿਓ, ਜਿਨ੍ਹਾਂ ਨੇ ਮਠਿਆਈ ਖਾਧੀ ਹੈ ਉਹਨੂੰ ਆਨੰਦ ਦਾ ਪਤਾ ਵੀ ਕਿੰਨਾ ਸਵਾਦ ਹੈ, ਕਿੰਨਾ ਆਨੰਦ ਆਇਆ ਹੈ। ਜਿਨ੍ਹਾਂ ਨੇ ਖਾਧੀ ਹੋਣੀ ਉਹਨਾਂ ਨੂੰ ਕੀ ਪਤਾ ਲੱਗਣਾ ਹੈ। ਗੁਰੂ ਜੀ ਦਾ ਬਚਨ ਮੰਨ ਲੈਂਦਾ, ਹੋ ਸਕਦਾ ਸੀ ਉਹਨੂੰ ਮੌਤ ਨਾ ਲੈਣੀ ਪੈਂਦੀ। ਅੱਗੇ ਪ੍ਰਸੰਗ ਆਉਂਦਾ, ਸਤੀ ਦੇਹ ਸੰਤੋਖੀ ਖਾਏ। ਬਰਗਾੜੀ ਤੋਂ ਚੱਲ ਕੇ ਗੁਰੂ ਜੀ ਨੇ ਬਾਈਬਲ ਤੋਂ ਸਿਉ ਰਾਮੀ ਪਿੰਡ ਵਿੱਚ ਡੇਰਾ ਕੀਤਾ। ਬਹੁਤ ਰਾਤ ਦਾ ਸਮਾਂ ਹੋਣ ਕਰਕੇ ਪਿੰਡ ਦੇ ਸਿੱਖਾਂ ਨੇ ਬੇਨਤੀਆਂ ਕੀਤੀਆਂ, ਕਿਸ ਵੇਲੇ ਇਤਨਾ ਇਕੱਠਾ, ਛੋਟੀ ਉਮਰ ਸੀ, ਜੰਗਲ ਵਿੱਚ ਸ਼ਿਕਾਰ ਸਮੇਂ ਰਾਜ ਤੇ ਬੰਸ ਦਾ ਮੋਲ ਹੀ ਖੱਟਿਆ ਪੁੱਟਿਆ ਗਿਆ। ਲੰਗਰ ਤਿਆਰ ਹੋ ਗਿਆ, ਲੰਗਰ ਤਿਆਰ ਨਹੀਂ ਹੋ ਸਕਦਾ, ਇਸ ਕਰਕੇ ਸਾਡੇ ਘਰਾਂ ਵਿੱਚ ਇੱਕ ਇੱਕ ਕਰਕੇ ਸਿੰਘ ਭੇਜ ਦਿਓ। ਇਸ ਤਰ੍ਹਾਂ ਕਿਸੇ ਨੂੰ ਖੇਚਲਾ ਨਹੀਂ ਹੋਵੇਗੀ
ਤੇ ਸਿੰਘ ਪ੍ਰਸਾਦ ਛਕ ਲੈਣਗੇ ਤੇ ਗੁਰੂ ਜੀ ਤੋਂ ਆਗਿਆ ਲੈ ਕੇ ਨਗਰ ਦੇ ਲੋਕ ਇੱਕ ਇੱਕ ਦੋ ਦੋ ਕਰਕੇ ਸਿੰਘਾਂ ਨੂੰ ਆਪਣੇ ਘਰ ਲੈ ਗਏ ਅਤੇ ਆਪਣੀ ਪਹੁੰਚ ਅਨੁਸਾਰ ਸਿੰਘਾਂ ਨੂੰ ਭੋਜਨ ਛਕਾਇਆ। ਪਿੰਡ ਦਾ ਇੱਕ ਗਰੀਬ ਸਿੱਖ ਵੀ ਭਾਈਚਾਰੇ ਦੇ ਕਹਿਣ ਕਰਕੇ ਇੱਕ ਸਿੰਘ ਮਿਲਾਗਰ ਸਿੰਘ ਨੂੰ ਪ੍ਰਸਾਦ ਛਕਾਉਣ ਵਾਸਤੇ ਘਰ ਲੈ ਗਿਆ। ਘਰ ਜਾ ਕੇ ਉਹਦੇ ਚਰਨ ਧੋਤੇ ਅਤੇ ਆਪਣੇ ਉੱਪਰੋਂ ਬੋਕਲ ਵਾਸਤੇ ਖੇਸ ਜ਼ਮੀਨ ਤੇ ਵਿਛਾ ਕੇ ਪ੍ਰੇਮ ਨਾਲ ਉੱਪਰ ਬਿਠਾਇਆ ਅਤੇ ਸੁੱਕੀਆਂ ਹੋਈਆਂ ਪੀਲੂ ਪਾਣੀ ਵਿੱਚ ਭਿਉਂ ਕੇ ਖਾਣ ਵਾਸਤੇ ਉਸ ਅੱਗੇ ਰੱਖ ਦਿੱਤੇ। ਸਿੰਘ ਨੇ ਤਾਂ ਪ੍ਰਸਾਦ ਆਖ ਕੇ ਪ੍ਰੇਮ ਨਾਲ ਛਕੀਆਂ ਤੇ ਚੁੱਲ੍ਹੇ ਉਪਰੰਤ ਭਾਵ ਕੇ ਹੱਥ ਧੋਣ ਉਪਰੰਤ ਅਰਦਾਸ ਕਰਕੇ ਗੁਰੂ ਜੀ ਦੇ ਪਾਸ ਡੇਰੇ ਆ ਗਿਆ। ਜਦ ਸਾਰੇ ਸਿੰਘ ਪ੍ਰਸਾਦ ਛਕ ਕੇ ਵਾਪਸ ਆ ਗਏ ਤਾਂ ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਬਾਰੋ ਬਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਭ ਨੂੰ ਬਾਰੋ ਬਾਰੀ ਪੁੱਛਿਆ ਕਿ ਸਿੱਖਾਂ ਦੇ ਘਰ ਤੁਸੀਂ ਕੀ ਕੀ ਪਦਾਰਥ ਛਕਿਆ ਹੈ। ਉੱਤਰ ਵਿੱਚ ਕਿਸੇ ਨੇ ਕਿਹਾ ਜੀ ਮੈਂ ਲੱਸੀ ਦਾ ਕਟੋਰਾ ਛਕਿਆ ਹੈ, ਕੋਈ ਕਿਸੇ ਨੇ ਕਿਹਾ ਜੀ ਮੈਂ ਪਰੌਂਠੇ ਖਾਧੇ ਆ। ਜਦ ਸਾਰੇ ਬਾਰੀ ਬਾਰੀ ਦੱਸ ਚੁੱਕੇ ਤਾਂ ਮਿਲਾਗਰ ਸਿੰਘ ਨੇ ਗੁਰੂ ਜੀ ਨੇ ਆਖਿਆ, ਮਿਲਾਗਰ ਸਿੰਘਾ ਤੂੰ ਸਿੱਖ ਦੇ ਘਰੋਂ ਕੀ ਛਕਿਆ ਹੈ? ਤਾਂ ਗੁਰਮੁਖ ਪਿਆਰਿਓ ਮਿਲਾਗਰ ਸਿੰਘ ਨੇ ਕਿਹਾ, ਗੁਰੂ ਜੀ ਮੈਨੂੰ ਸਿੱਖ ਨੇ ਬੜੇ ਪ੍ਰੇਮ ਨਾਲ ਬਹੁਤ ਚੰਗਾ ਭੋਜਨ ਛਕਾਇਆ ਹੈ। ਮੈਂ ਆਪਣੀ ਸਾਰੀ ਉਮਰ ਵਿੱਚ ਐਸਾ ਪ੍ਰੀਤੀ ਭੋਜਨ ਕਦੇ ਨਹੀਂ ਕੀਤਾ। ਮੈਂ ਆਪਣੀ ਸਾਰੀ ਉਮਰ ਵਿੱਚ ਐਸਾ ਪ੍ਰੇਮ ਵਾਲਾ ਭੋਜਨ ਕਦੇ ਨਹੀਂ ਛਕਿਆ। ਉਸ ਦੀ ਗੱਲ ਸੁਣ ਕੇ ਪਿੰਡ ਦੇ ਲੋਕ ਬੜੇ ਹੈਰਾਨ ਹੋਏ ਕਿ ਉਸ ਗਰੀਬ ਸਿੱਖ ਨੇ ਇਸ ਨੂੰ ਹੀ ਛਕਾਉਣਾ ਸੀ ਜਿਸ ਨੂੰ ਆਪ ਨਿਤ ਫਾਕਾ ਰਹਿੰਦਾ ਹੈ। ਉਹ ਕਹਿੰਦੇ ਇਸ ਨੇ ਕੀ ਕਿਸੇ ਨੂੰ ਛਕਾਉਣਾ ਸੀ, ਇਹ ਤਾਂ ਆਪ ਹੀ ਭੁੱਖਾ ਰਹਿੰਦਾ ਹੈ। ਗੁਰੂ ਜੀ ਨੇ ਉਸ ਸਿੱਖ ਨੂੰ ਸੱਦ ਕੇ ਪੁੱਛਿਆ ਕਿ ਤੂੰ ਸਾਡੇ ਸਿੰਘ ਨੂੰ ਕੀ ਛਕਾਇਆ ਹੈ, ਜਿਸ ਕਰਕੇ ਉਹ ਬੜਾ ਪ੍ਰਸੰਨ ਹੋਇਆ, ਬੜਾ ਖੁਸ਼ ਹੋਇਆ ਹੈ। ਸਿੱਖ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਗੁਰੂ ਜੀ, ਜਿਸ ਕਰਕੇ ਉਹ ਬਹੁਤ ਪ੍ਰਸੰਨ ਹੈ। ਸਿੱਖ ਨੇ ਹੱਥ ਜੋੜ ਕੇ ਕਿਹਾ, ਸੱਚੇ ਪਾਤਸ਼ਾਹ ਮੈਂ ਗਰੀਬ ਹਾਂ, ਮੈਂ ਇਹਨਾਂ ਨੂੰ ਕੀ ਇੱਕ ਸੰਨਾ ਪਾਣੀ ਦਾ ਤੇ ਸੁੱਕੀਆਂ ਹੋਈਆਂ ਪੀਲੂ ਪਾਣੀ ਵਿੱਚ ਭਿਉਂ ਕੇ ਛਕਾਈਆਂ ਹਨ। ਉਹ ਛਕ ਕੇ ਤੁਹਾਡਾ ਸਿੰਘ ਅਰਦਾਸ ਕਰਕੇ ਉੱਠ ਆਇਆ। ਉਹਦੀ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ, ਸਿੱਖਾ ਤੇਰੀ ਸਿੱਖੀ ਧਨ ਹੈ, ਜਿਨ੍ਹਾਂ ਦੀ ਇੱਕ ਪ੍ਰੇਮ ਹੀ ਭਾਵਨਾ ਹੈ। ਛਕਣਾ ਤੇ ਛਕਾਉਣ ਦਾ ਮੂਲ ਪ੍ਰੇਮ ਹੀ ਸਮਝੋ। ਜੇ ਪ੍ਰੇਮ ਨਾਲ ਛਕਾਉਣ ਵਾਲਾ ਛਕਾਵੇ ਤਾਂ ਪ੍ਰੇਮ ਨਾਲ ਹੀ ਛਕਣ ਵਾਲਾ ਛਕੇ, ਤੇ ਫਿਰ ਛਕਣ ਤੇ ਛਕਾਉਣ ਤੇ ਦੋਹਾਂ ਦਾ ਥਾਏ ਪੈਂਦਾ ਹੈ। ਜੇ ਪ੍ਰਸ਼ਾਦਾ ਪਾਣੀ ਪ੍ਰੇਮ ਨਾਲ ਛਕਾਉਣ ਵਾਲਾ ਵੀ ਛਕਾਵੇ ਨਾ,
ਤੇ ਅੱਗੋਂ ਸਕਣ ਵਾਲਾ ਵੀ ਸਰਧਾ ਨਾਲ ਸਕੇ, ਭਾਵਨਾ ਨਾਲ, ਪਿਆਰ ਨਾਲ, ਫਿਰ ਸੇਵਾ ਲੇਖੇ ਵਿੱਚ ਪੈ ਜਾਂਦੀ। ਆਖੋ ਸਤਨਾਮ। ਫਿਰ ਸੇਵਾ ਲੇਖੇ ਵਿੱਚ ਪੈ ਜਾਂਦੀ ਆ। ਮਹਾਰਾਜ ਜੀ ਲਿਖਦੇ ਨੇ ਸੂਰਜ ਪ੍ਰਕਾਸ਼ ਦੇ ਵਿੱਚ ਗ੍ਰੰਥ 'ਚ, ਮਹਾਰਾਜ ਜੀ ਕਹਿੰਦੇ ਸਤੀ ਦੇਹ ਸੰਤੋਖੀ ਖਾਏ, ਤੋ ਨਾਨਕ ਦਰ ਦੀਵਾਨ ਸਮਾਏ। ਦੇਣ ਵਾਲਾ ਸਤੀ ਭਾਵਨਾ ਨਾਲ ਦੇਵੇ ਤੇ ਖਾਣ ਵਾਲਾ ਵੀ ਜੋ ਉਸ ਨੂੰ ਸਬਰ ਤੇ ਸ਼ੁਕਰ ਕਰਕੇ ਖਾਵੇ, ਤਦ ਦੋਹਾਂ ਦਾ ਦਿੱਤਾ ਖਾਧਾ ਦਰਗਾਹ ਵਿੱਚ ਪ੍ਰਵਾਨ ਹੁੰਦਾ ਹੈ। ਪਰ ਜੇ ਸਿੱਖ ਪਾਸ ਪਦਾਰਥ ਹੋਵੇ ਤੇ ਉਹ ਦੂਸਰੇ ਸਿੱਖਾਂ ਨੂੰ ਨਾ ਸਕਾਵੇ ਤਾਂ ਸਕਾਉਣ ਵਾਲਾ ਦੋਸ਼ੀ ਜਾਣੋ। ਅਤੇ ਜੇਕਰ ਸਕਣ ਵਾਲਾ ਨਿਰਧਨ ਸਿੱਖ ਪਾਸੋਂ ਕੁਝ ਵੀ ਪ੍ਰੇਮ ਸੇਵਾ ਤੇ ਪ੍ਰਸੰਨ ਹੋ ਕੇ ਬਚਨ ਕੀਤੇ ਕਿ ਤੁਹਾਡੇ ਘਰ ਅੰਨ ਧਨ ਦਾ ਤੋਟ ਨਹੀਂ ਰਹੇਗਾ, ਸਾਰੇ ਪਿੰਡ ਵਾਸੀ ਸੁਖ ਵਸਣਗੇ, ਤਾਂ ਗੁਰਮੁਖ ਪਿਆਰਿਓ ਅੱਗੇ ਕੋਟ ਕਪੂਰੇ ਨੂੰ ਸਰਾਪ, ਕੋਟਕ ਕਪੂਰੇ ਨੂੰ ਤੇ ਕਪੂਰੇ ਨੂੰ ਸਰਾਪ। ਦੂਸਰੇ ਦਿਨ ਸਿਉ ਰਾਮੀ ਤੋਂ ਕੂਚ ਕਰਕੇ ਗੁਰੂ ਜੀ ਨੇ ਕਪੂਰੇ ਚੌਧਰੀ ਕੋਟ ਤੋਂ ਕੁਝ ਬਿੱਥ ਤੇ ਡੇਰਾ ਜਾ ਕੀਤਾ। ਜਦ ਚੌਧਰੀ ਕਪੂਰੇ ਨੂੰ ਪਤਾ ਲੱਗਿਆ ਤਾਂ ਉਹ ਇੱਕ ਘੋੜਾ ਸ਼ਿੰਗਾਰ ਕੇ ਭੇਟਾ ਕਰਨ ਵਾਸਤੇ ਲੈ ਕੇ ਗੁਰੂ ਜੀ ਦੇ ਪਾਸ ਆਇਆ। ਗੁਰੂ ਜੀ ਨੇ ਪੁੱਛਿਆ, ਚੌਧਰੀ ਕਪੂਰਾ, ਤੂੰ ਕਿੰਨੇ ਕੁ ਸੂਰਮੇ ਰੱਖੇ ਹੋਏ ਹਨ ਅਤੇ ਉਹਨਾਂ ਨੂੰ ਯੁੱਧ ਕਰਨ ਦਾ ਚਾਅ ਵੀ ਹੈ ਕਿ ਨਹੀਂ? ਕਪੂਰੇ ਨੇ ਕਿਹਾ, ਗੁਰੂ ਜੀ, ਤੁਸੀਂ ਬੜੇ ਧੀਰਜਵਾਨ ਯੋਧਿਆਂ ਨੂੰ ਕਾਇਰ ਬਣਾ ਸਕਦੇ ਹੋ। ਜਿਹੜੇ ਢਿੱਲੇ ਜਿਹੇ ਯੋਧੇ ਨੇ ਉਹਨਾਂ ਨੂੰ ਤੁਸੀਂ ਕਾਇਮ ਕਰ ਸਕਦੇ ਹੋ। ਜਿਹੜੇ ਪੂਰੇ ਤਕੜੇ ਯੋਧੇ ਨੇ, ਜੇ ਤੁਸੀਂ ਉਹਨਾਂ ਤੇ ਨਜ਼ਰ ਪੁੱਠੀ ਕਰ ਦਿੱਤੀ ਤਾਂ ਉਹਨਾਂ ਨੂੰ ਡਰਪੋਕ ਬਣਾ ਸਕਦੇ ਹੋ। ਸਤਿਗੁਰੂ, ਜੋ ਤੁਸੀਂ ਜੀ ਚਾਹੇ ਤੁਸੀਂ ਕਰ ਸਕਦੇ ਹੋ। ਤਾਂ ਗੁਰਮੁਖ ਪਿਆਰਿਓ, ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਿਰ ਆਪ ਜੀ ਨੇ ਪੁੱਛਿਆ, ਤੂੰ ਕਿਸ ਜਾਨਵਰ ਦਾ ਸ਼ਿਕਾਰ ਕਰਦਾ ਹੈ ਤੇ ਸ਼ਿਕਾਰ ਵਾਸਤੇ ਕਿਹੜੇ ਜਾਨਵਰ ਰੱਖੇ ਹੋਏ ਹਨ? ਕਪੂਰੇ ਨੇ ਦੱਸਿਆ, ਗੁਰੂ ਜੀ, ਮੈਂ ਕੁੱਤੇ ਤੇ ਬਾਜ, ਜੁਗਰੇ ਆਦਿਕ ਦਾ ਸ਼ਿਕਾਰ ਕਰਦਾ ਹਾਂ। ਇਹ ਜਾਨਵਰ ਮੇਰੇ ਰੱਖੇ ਹੋਏ ਨੇ। ਤਾਂ ਗੁਰਮੁਖ ਪਿਆਰਿਓ, ਗੁਰੂ ਜੀ, ਮੈਂ ਕੁੱਤੇ ਤੇ ਬਾਜ ਆਦਿਕ ਦਾ ਸ਼ਿਕਾਰ ਕਰਦਾ ਹਾਂ, ਜਿਨ੍ਹਾਂ ਨਾਲ ਮੈਂ ਪੰਛੀਆਂ ਦਾ ਸ਼ਿਕਾਰ ਕਰਦਾ ਹਾਂ। ਇਸ ਤਰ੍ਹਾਂ ਕੁਝ ਗੱਲਾਂ ਬਾਤਾਂ ਉਪਰੰਤ ਕਪੂਰਾ ਨਮਸਕਾਰ ਕਰਕੇ ਘਰ ਨੂੰ ਚਲਿਆ ਗਿਆ। ਦੂਸਰੀ ਸਵੇਰ ਜਦੋਂ ਦੀਵਾਨ ਲੱਗਾ ਤਾਂ ਪਿੰਡ ਦੇ ਸੈਂਕੜੇ ਮਾਈ ਭਾਈ ਭੇਟਾ ਲੈ ਕੇ ਆਪ ਜੀ ਦੇ ਦਰਸ਼ਨਾਂ ਨੂੰ ਆਏ। ਦੁੱਧ, ਘਿਓ, ਚਾਵਲ, ਆਟਾ, ਮਿਸ਼ਟਾਨ ਆਦਿਕ ਅਨੇਕ ਪ੍ਰਕਾਰ ਦੇ ਪਦਾਰਥ ਲੋਕਾਂ ਨੇ ਆਪ ਜੀ ਦੇ ਲੰਗਰਾਂ ਵਾਸਤੇ ਹਾਜ਼ਰ ਕੀਤੇ। ਲੰਗਰਾਂ ਦੇ ਵਾਸਤੇ ਹਾਜ਼ਰ ਕੀਤੇ। ਤਾਂ ਗੁਰਮੁਖ ਪਿਆਰਿਓ, ਇਹ ਜਿਹੜੇ ਲੰਗਰ ਹੁੰਦੇ ਆ ਨਾ, ਜਿਵੇਂ ਆਪਾਂ ਤਿਲ ਸਾਰਿਆਂ ਦਾ ਯੋਗਦਾਨ ਪਾਉਣੇ, ਲੰਗਰ ਕੋਈ ਬਹੁਤੀ ਵੱਡੀ ਗੱਲ ਨਹੀਂ ਹੁੰਦੀ। ਲੰਗਰ ਤਾਂ ਗੁਰੂ ਘਰਾਂ 'ਚ ਸਦਾ ਹੀ ਚੱਲਦੇ ਰਹਿੰਦੇ ਆ। ਲੰਗਰ ਤਾਂ
ਗੁਰੂ ਘਰਾਂ ਦੇ ਵਿੱਚ ਸਦਾ ਹੀ ਚੱਲਦੇ ਰਹਿੰਦੇ ਆ। ਲੰਗਰ ਦੀ ਕੋਈ ਬਹੁਤੀ ਵੱਡੀ ਗੱਲ ਨਹੀਂ, ਜਿੰਨੇ ਮਰਜ਼ੀ ਆਉਣ ਜਾਣ ਸਕਣ ਛਕਾਣ। ਇਹ ਤਾਂ ਮਹਾਰਾਜ ਜੀ ਕਹਿੰਦੇ ਖਾਵੋ ਖਰਚੋ ਰਲ ਮਿਲ ਭਾਈ, ਵੱਧੋ ਜਾਵੇ ਤੋਟ ਨਾਈ। ਜਿੰਨਾ ਅਸੀਂ ਲੰਗਰ ਪਾਣੀ ਛਕਾਂਗੇ ਛਕਾਵਾਂਗੇ ਉਨੇ ਵੱਧਦਾ ਜਾਏਗਾ। ਆਖੋ ਸਤਨਾਮ। ਲੰਗਰ ਉਨੇ ਵੱਧਦਾ ਜਾਏਗਾ ਜੇ ਸਰਦਾ ਦੇ ਨਾਲ ਭਾਵਨਾ ਦੇ ਨਾਲ ਭਰੋਸਾ ਰੱਖ ਕੇ ਤਿਆਰ ਕੀਤਾ ਹੋਏਗਾ ਤੇ ਲੰਗਰ ਵੱਧਦਾ ਹੀ ਜਾਏਗਾ, ਘਟੇਗਾ ਨਹੀਂ। ਤਾਂ ਗੁਰਮੁਖ ਪਿਆਰਿਓ, ਇਹ ਲੰਗਰ ਦੀਆਂ ਬਰਕਤਾਂ ਨੇ, ਕਦੇ ਵੀ ਤੋਟ ਨਹੀਂ ਹੁੰਦੀ। ਮਹਾਰਾਜ ਜੀ ਕਹਿੰਦੇ ਖਾਵੋ ਖਰਚੋ ਰਲ ਮਿਲ ਭਾਈ, ਵੱਧੋ ਜਾਵੇ ਤੋਟ ਨਾਈ। ਲੰਗਰਾਂ ਦੇ ਵਿੱਚ ਕਦੇ ਤੋਟ ਨਹੀਂ ਆਉਂਦੀ ਹੈ। ਇਹ ਗੁਰੂ ਦੀ ਕਿਰਪਾ ਹੁੰਦੀ ਆ ਤੇ ਗੁਰੂ ਦੀ ਦ੍ਰਿਸ਼ਟੀ ਹੁੰਦੀ ਆ। ਤਾਂ ਗੁਰਮੁਖ ਪਿਆਰਿਓ, ਅਨੇਕ ਪ੍ਰਕਾਰ ਦੇ ਪਦਾਰਥਾਂ ਲੋਕਾਂ ਨੇ ਆਪ ਜੀ ਦੇ ਲੰਗਰਾਂ ਵਾਸਤੇ ਭੇਜ ਦਿੱਤੇ। ਜਦੋਂ ਸਾਰੇ ਘਰਾਂ ਦੇ ਵਿੱਚੋਂ ਥੋੜਾ ਥੋੜਾ ਰਸਤਾਂ ਵਸਤਾਂ ਇਕੱਠੀਆਂ ਹੁੰਦੀਆਂ ਨੇ ਤਾਂ ਗੁਰਮੁਖ ਪਿਆਰਿਓ, ਉਹਦੇ ਵਿੱਚ ਇੱਕ ਤਾਂ ਹੰਕਾਰ ਨਹੀਂ ਰਹਿੰਦਾ, ਕਿਉਂਕਿ ਸਰਬ ਸਾਂਝਾ ਲੰਗਰ ਤਿਆਰ ਹੁੰਦਾ। ਦੂਸਰਾ ਸਭ ਤੋਂ ਵੱਡੀ ਗੱਲ, ਜਿਹੜੇ ਭੰਡਾਰਿਆਂ ਵਿੱਚੋਂ ਰਸਤਾਂ ਵਸਤਾਂ ਕੁਝ ਵੀ ਅਸੀਂ ਲੈ ਕੇ ਆਉਂਦੇ ਲੰਗਰਾਂ ਵਾਸਤੇ, ਤੇ ਗੁਰਮੁਖ ਪਿਆਰਿਓ ਉਹ ਭੰਡਾਰਿਆਂ ਦੇ ਵਿੱਚ ਵਾਧਾ ਹੋ ਜਾਂਦਾ ਹੈ, ਬਰਕਤਾਂ ਪੈਣ ਲੱਗ ਜਾਂਦੀਆਂ ਨੇ। ਬਰਕਤਾਂ ਹੀ ਬਰਕਤਾਂ ਪੈਣ ਲੱਗ ਜਾਂਦੀਆਂ। ਇਸ ਕਰਕੇ ਇਹ ਤਿਲ ਫੁੱਲ ਥੋੜਾ 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 ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੁੰਦੀ ਹੈ ਵੀ ਭਾਈ ਲੰਗਰਾਂ 'ਚ ਯੋਗਦਾਨ ਪਾਓ। ਹੁਣ ਸਤਿਗੁਰੂ ਜੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਲੰਗਰਾਂ ਦੇ ਵਿੱਚ ਸਾਰਿਆਂ ਨੇ ਯੋਗਦਾਨ ਪਾਇਆ। ਦੂਸਰੇ ਦਿਨ ਕਪੂਰਾ ਚੌਧਰੀ ਫੇਰ ਆਪ ਜੀ ਦੇ ਪਾਸ ਆਇਆ। ਗਲ ਵਿੱਚ ਉਸਨੇ ਇੱਕ ਬੜਾ ਵੱਡਾ ਕੀਮਤੀ ਜਾਮਾ ਪਹਿਨਿਆ ਹੋਇਆ। ਰਸਤੇ ਵਿੱਚ ਉਸਦੇ ਚੱਲਣ ਨਾਲ ਬੜੀ ਧੂੜ ਉੱਡ ਰਹੀ ਸੀ। ਮਿਲਾਗਰ ਸਿੰਘ ਨੇ ਉਸ ਨੂੰ ਦੇਖ ਕੇ ਆਖਿਆ, ਚੌਧਰੀ ਜੀ। ਚੌਧਰੀ ਜੀ ਚਲੇ ਆ ਰਹੇ ਨੇ। ਫਿਰ ਸਾਰੀ ਰਾਤ ਮਿਲਾਗਰ ਸਿੰਘ ਨੇ ਆਖਿਆ, ਚੌਧਰੀ ਜੀ ਗੁਰੂ ਜੀ ਪਾਸ ਅਦਬ ਨਾਲ ਜਾਓ, ਜਾਮੇ ਨੂੰ ਹੱਥ ਨਾਲ ਸੰਕੋਚ ਲਵੋ। ਗੁਰੂ ਜੀ ਬੈਠੇ ਹੋਏ ਹਨ ਅਤੇ ਉਸ ਨਾਲ ਧੂੜ ਉੱਡ ਰਹੀ ਹੈ। ਸਿੰਘ ਦਾ ਇਹ ਵਚਨ ਸੁਣ ਕੇ ਕਪੂਰੇ ਚੌਧਰੀ ਸਿੰਘ ਦਾ ਇਹ ਵਚਨ ਸੁਣ ਕੇ ਕਪੂਰਾ ਚੌਧਰੀ ਗੁੱਸੇ ਨਾਲ ਸੜ ਵਲ ਕੇ ਬੋਲਿਆ, ਪਰ ਗੁਰੂ ਜੀ ਤੋਂ ਡਰਦਾ ਕੁਝ ਨਾ ਆਖ ਸਕਿਆ। ਗੁਰੂ ਜੀ ਨੂੰ ਮੱਥਾ ਟੇਕ ਕੇ ਕਪੂਰਾ ਬੈਠ ਗਿਆ। ਇੱਕ ਪਲੰਗ ਉੱਤੇ ਗੁਰੂ ਜੀ ਆਪ ਬੈਠੇ ਸਨ ਅਤੇ ਦੂਜੇ ਉੱਤੇ ਸ਼ਸਤਰ ਰੱਖੇ ਹੋਏ ਸਨ ਤੇ ਇੱਕ ਸੇਵਾਦਾਰ ਗੁਰੂ ਜੀ ਨੂੰ ਚੌਰ ਸਾਹਿਬ ਕਰ ਰਿਹਾ ਸੀ ਤੇ ਦੂਜਾ ਸ਼ਸਤਰਾਂ ਨੂੰ ਚੌਰ ਸਾਹਿਬ ਕਰ ਰਿਹਾ ਸੀ। ਕਪੂਰਾ ਇਹ ਦੇਖ ਕੇ ਤਰਕ ਦੇ ਨਾਲ ਬੋਲਿਆ ਕਿ ਆਪ ਜੀ ਨੂੰ ਚੌਰ ਕਰਨਾ ਤਾਂ ਭਲਾ ਪੁਰਾਤਨ ਰੀਤੀ ਹੈ। ਜੋ ਸਿੱਖ ਆਪ ਜੀ ਨੂੰ ਚੌਰ ਕਰਦੇ ਨੇ ਉਹ ਤਾਂ ਭਲਾ ਪੁਰਾਤਨ ਰੀਤੀ ਹੈ, ਪਰ ਆ ਸ਼ਾਸਤਰਾਂ ਨੂੰ ਚੌਰ ਕਰਨਾ, ਧੂਪ ਦਿਖਾਉਣੀ ਤੇ ਫੁੱਲਾਂ ਦੀਆਂ ਮਾਲਾ ਚੜਾਉਣੀਆਂ, ਇਹ ਕੋਈ ਨਵੀਂ ਰੀਤੀ ਹੀ ਤੁਸਾਂ ਨੇ ਤੋਰੀ ਹੈ। ਮਹਾਰਾਜ ਜੀ ਨੂੰ ਕਲਗੀਧਰ ਪਾਤਸ਼ਾਹ
गुरु गोबिंद सिंह महाराज जी नूं कहंदा। कपूरे की गल सुन के गुरु जी ने समझाया कि चौधरी जी शास्त्रां दा आदब रखना चाहिए। मक्खियां इन्हां उत्ते बैठ के मैला करदियां हन, इस करके चौर किया जाता है। उपरंत इन्हां नाल ही बड़े बड़े दुश्मनां नूं अपने अधीन किया जाता। इन्हां नूं देव दैत मनो, कहते देवी देवते ने, इन्हां नूं देवी देवतियां दा रूप मनो, सत्कार करते हैं। इस करके जो इन्हां नूं धारनगे ते पूजणगे वो बड़े हो जाणगे। इस शास्त्रां दा बड़ा सतगुरु जी सत्कार करते हैं। कलगीधर पातशाह गुरु गोबिंद सिंह महाराज जी ने सानू 5 ककार पवाए ने। 5 ककार गुरु जी ने सानू पवाए ने। 5 ककारां चों एक भी ककार विसरना नहीं चाहिए है जी। अचनचेत मन लो गल, किते कृपान श्री साहिब गातरे चो डिग गई, जिन्ना चिर दोबारा कृपान नूं गातरे दे विच पाईए ना, उन्ना चिर कुछ सकना नहीं चाहिए। आखो सतनाम। मान लो भी बंदे दा कड़ा गिर गया सोने का, घर वाली कहे जी प्रसादा छक लो, अगों की कहेगा भाई? अगला कहेगा भी खड़ जा, तेनों प्रसादे दी पी, इत्थे 2 तोले का कड़ा गिर गया। क्यों? क्योंकि कीमती चीज़ करके बंदा प्रसादा नहीं सकता जिन्ना चिर लभदा नहीं है, उन्ना चिर प्रसादा नहीं सकता। इस तरह जिहड़े ककार ने साडी सिख दी जिंद जान ने, एक ककार ने जिहड़े सिख दी जिंद जान ने, इन्हां नूं सिउने नालों भी वध साਂਭ के रखना पैंदा। ये गुरु की बख्शिश है। ककार ने जिहड़े, जे एक भी ककार लग हो जाए ना, तो उन्ना चिर कुछ सकना नहीं चाहिए जिन्ना चिर पहन ना लवे। अरदास करके उन्होंने पहने। जे कंघा सिर दे उत्ते नहीं लाया, कई बार भुल गया चनचेत, तो उन्ना चिर कुछ सकना नहीं चाहिए। ये गुरु के 52 हुक्मनामे विच लिखिया होया। जदों महाराज जी लास्ट दे विच जदों सचखंड गए ने ना, उदों 52 हुक्मनामे सिख नूं दे के गए ने, लिख के गए ने, भाव के 52 हुक्म करके गए ने। तो गुरमुख प्यारिओ, कसैरा शरीर तो दूर नहीं करना चाहिए, और कड़ा कदे भी शरीर तो दूर नहीं करना चाहिए। इस करके भाई ये गुरु दियां निशानियां ने, ककार ने। जे इन्हां दा सदा सत्कार रखांगे ना, तो सदाई चढ़दी कला रहनी। आखो सतनाम। ये गुरु के ककार ने। महाराज जी कहते रहत प्यारी मुझको सिख प्यारा ना ही। कहते मैनू रहत प्यारी आ, मैनू सिख प्यारा नहीं। सिखा जिहड़ी तू रहत रखदा ना, मैनू ओ प्यारी लगदी आ, ते तेरी रहत प्यारी आ, तेरा शरीर नहीं, चम नहीं तेरा प्यारा। तो गुरमुख प्यारे सतगुरु कलगीधर पातशाह गुरु गोबिंद सिंह महाराज जी कहते भाई ये पूजन योग ने, शास्त्र ने जिहड़े, इस करके जो इन्हां नूं धारण करेगा ते पूजणगे, वो महाराज जी कहते बड़े हो जाणगे। ते मनुख विचारा किसी गिणती विच है, ते अस्तुज काल पुरख भी इन्हां नूं धार के ही बड़ा हुंदा है। कपूरे दा ये सब कुछ सुन के चुप कर रहा ते हैरान हो के गुरु जी दे बचनां नूं विचारदा रहा। गुरु जी दे बचनां नूं विचारदा रहा
गुरु जी ने कहा चौधरी कपूरे जे तू सानू अपना किला दे दवे तां जिहड़ा तुरक दल साडे पिछे चढ़ के आवेगा असी उसका नाश इन्हां शास्त्रां नाल कर देवांगे ते तेरा राज असी सदा सतलुज नदी तक कर देंगे। अगों कपूरे ने बड़े दीन हो के आख्या गुरु जी मेरे विच इतनी शक्ति कित्थे है, जे मैं तुहानू किला दे देवां तां तुरक मैनू दुश्मन समझ के मैनू मार देणगे, फांसी ला देणगे। तुसी तां बेपरवाह हो के आकी हो के बादशाह नाल लड़ करके लखां आदमी मारे ते मरवाए हैं, अपना सब कुछ गवा लिया है। मैं ये तुहाडी सिक्ख्या लैके तुहाडे वांगू उजड़ के किधर जावां। ये कपूरे चौधरी ने कलगीधर पातशाह गुरु गोबिंद सिंह महाराज जी नूं कहा। सतगुरु जी ने उसकी ये गल सुन के गुस्से नाल आख्या कहंदे चौधरीआ असीं तां तैनूं वडियाई देण लगे सां पर तू मंदभागी होण करके लै नहीं सकिया। कईयां तो वडियाई भी नहीं लई जाती हुंदी। जे गुरु जी वडियाई दिंदे आ ना कईयां तो लई नहीं जाती वडियाई भी गुरु तो। महाराज जी कहते चौधरी असीं तां तैनूं वडियाई देण लगे सी पर तू मंदभागी होण करके लै ना सकिया। जिहड़ा तू फांसी तो डरदा है ना, गुरु गोबिंद सिंह महाराज जी कहते जिहड़ा तू फांसी तो डरदा है ना तुरक तेरे मूँह विच खे दा तोबरा चढ़ के तैनूं फांसी देणगे। जा कर लै जिहड़ा कुछ करना। महाराज जी कहते साडा आनंदपुर सदा वसदा रहेगा पर तू इस कोट विच नहीं रहेगा। जिन्हां दा तू अपने आप नूं बंदा कहाउंदा ना वो तैनूं कैद करनगे ते फांसी दे के मारनगे। अत्यादक गुस्से दे बचन सुन के कपूरा गुस्से नाल उठ के अपने किले दे विच जा वड़िया ते अंदरों सब दरवाजे बंद कर लए ते ऐसा ना होवे कि गुरु जी मल्लो मल्ली आ वड़न ते पिछों चमकौर दी गढ़ी वांगो बादशाह लश्कर लैके आण के किले नूं ढह ढेरी मिट्टी दे विच मिट्टी मिला देवे। कहता चमकौर दी गढ़ी वांगो किते ना हो जाए मेरे नाल। अंदर सारे दरवाजे बंद करके बह गया। तो गुरमुख प्यारिओ अज 5 पौ दा दिहाड़ा है। अज 5 पौ दा दिहाड़ा है। 5 पौ नूं सतगुरु कलगीधर पातशाह गुरु गोबिंद सिंह महाराज जी ने आनंदपुर साहिब सदना कीता। ਸਿੰਘਾਂ ने भी कलगीधर पातशाह गुरु गोबिंद सिंह महाराज जी नूं बदावा लिख के दे गए सी। सिंह सतगुरु नूं कहण लगे सच्चे पातशाह तू साडा गुरु नहीं है ते असीं तेरे सिंह नहीं हाँ। सतगुरु जी नूं बदावा लिख के दे गए सी ते गुरमुख प्यारे कुछ सिंह फिर आपो अपने घरां नूं चले गए। 100 सिंह तैयार होया सी। महाराज जी कहते सिंघो
आ कोरे कागज के उत्ते लिख जाओ, तू साडा गुरु नहीं ते असी तेरे सिंह नहीं। जदों ये गल लिखी कि वो कई तो जान वाले सी, कई उई उंगली सुंगली लाउण वाले सी भी असी भी तुहाडे नाल आ, असी भी चलांगे, चलो चलो चक दो फट्टे, लिखांगे, चलो चलीए। वो फिर जिहड़े हजे उंगली लाउण वाले हुंदे ने ना, वो बहुत अगे नहीं हुंदे, फिर पिछे जी खड़ जांदे ने। जदों क्या सतगुरु जी ने भी आ पिया कागज, जिन्हां ने जाना आ पिया शाही दवात कलम कागज, जिन्हां ने जाना ना आ कोरे कागज दे उत्ते लिख जाओ भी असी तुहाडे सिंह नहीं, तुसी साडे गुरु नहीं। फिर 100 दे विचों 60 सिंह पिछे मुड़ गए। जिन्हां नूं उंगली लगी हुई सी ना, वो मूहरे होके उन्होंने बदावा लिखता, वो दूजे फिर उत्थे रह गए भी नहीं लिखना है, ये नहीं लिखा जाना। आनंदपुर साहिब दे विच इन्होंने गऊ दी, वाहिगुरू आटे दी गऊ बना के अते आटे दी गऊ बना लई, कुरान शरीफ रख लई ते आपस दे विच विचारा करदे ने। कहंदे बई आपां ने गुरु जी दे नाल धोखा करना, ते कसम खावांगे झूठी। जदों गुरु का खजाना आनंदपुर तो लैके निकलणगे ना, उस समय टुट के पै जाना। किते कसमां ते पैडेंट नहीं रहना गा, किते कौं कसम खाधी, कहते झूठी कसम खावांगे। हुण गुरु जी अंतरजामी ने, गुरु जी कोई माड़ी मोटी शक्ति नहीं सी, वो बहुत बड़ी महान शक्ति सन। अकाल पुरख वाहिगुरू परमेश्वर ने सारिया शक्तियां दे के कलगीधर पातशाह गुरु गोबिंद सिंह महाराज जी ने संसार दे उत्ते भेजिया। वो अंतरजामी सदा ही जाननहार, वो सब कुछ जानते ने। अज भी किते कलगीधर पातशाह किते गए थोड़ू हुए ने, अज भी वो हाजर नाजर ने। दुकालंग प्रनासी दयालंग स्वरूपे सदा अंग संग अपंगंग बेपुते। वो अज भी हाजर नाजर ने। महाराज ने जदों सचखंड गए ने ना, उदों ये हुक्म किया ते ਸਿੰਘਾਂ ਨੂੰ कि मेरा गिठा जिहड़ा वो फरोलना नहीं है, क्योंकि महाराज जी तो नीले घोड़े दे समेत, बाज दे समेत, शास्त्रां समेत, सब कुछ दे समेत सचखंड चले गए सी, अलोप हो गए सी। जे सिख वो चिखा नूं बाद च फरोल लैंदे, उत्थे देखते भी ना तो कोई शस्त्र लभे ने, ना कोई फुल लभे ने, भी किते सिंह संकेवान ना हो जाण, चिंता दे विच पै ना जाण। इसे करके महाराज जी ने बचन कीता सी जांदे जांदे भी मेरा जिहड़ा चिखा है, अंगीठा है, इनू फरोलना नहीं है ते फरोलिया भी नहीं है। इस करके वो किते गए नहीं। अज भी वो वेखदे आ किड्डा दुख कलगीधर पातशाह गुरु गोबिंद सिंह महाराज जी नूं। जंगलां दे विच
ਕਿਵੇਂ ਕਿਵੇਂ ਰੋਡਾਂ ਦੇ ਵਿੱਚ, ਸੜਕਾਂ ਦੇ ਡੰਡੀਆਂ ਦੇ ਵਿੱਚ ਸਤਿਗੁਰੂ ਜੀ ਚੱਲਦੇ ਰਹੇ, ਦੁੱਖ ਚੱਲਦੇ ਰਹੇ। ਕਿਵੇਂ ਕਿਵੇਂ ਤੁਸੀਂ ਇਤਿਹਾਸ ਸੁਣਦੇ ਹੋ, ਕਦੇ ਕਿਤੇ ਮਹਾਰਾਜ ਜੀ ਜਾਂਦੇ, ਕਦੇ ਕਿਤੇ ਜਾਂਦੇ, ਕਿਤੇ ਕਿਤੇ ਜਾਂਦੇ। ਉਹ ਅੱਜ ਵੀ ਕਿਤੇ ਨਹੀਂ ਗਏ, ਅੱਜ ਵੀ ਸਾਨੂੰ ਦੇਖਦੇ ਆ। ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗ ਅਪੰਗੰਗ ਬੇ ਪੂਤੇ। ਉਹ ਅੱਜ ਵੀ ਸਤਿਗੁਰੂ ਹਾਜ਼ਰ ਨਾਜ਼ਰ ਨੇ। ਅੱਜ ਆਪਾਂ ਫੇਸਬੁੱਕਾਂ ਦੇ ਉੱਪਰ, WhatsApp ਦੇ ਉੱਪਰ ਸਾਰੇ ਦੀਵਾਨ ਸੁਣਦੇ ਆ, ਪ੍ਰਚਾਰਕਾਂ ਨੂੰ ਸੁਣਦੇ। ਜਿੰਨੇ ਵੀ ਅੱਜ ਦੇ ਦਿਨਾਂ ਦੇ ਪ੍ਰਚਾਰ ਚੱਲਦੇ ਨੇ, ਸਭ ਦਿਲ ਖਿੱਚੇ ਨੇ। ਬੰਦਾ ਸੁਣ ਕੇ ਰੋਂਦਾ ਹੈ। ਸਾਹਿਬਜ਼ਾਦਿਆਂ ਦੀ ਸ਼ਹੀਦੀਆਂ, ਛੋਟੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਕਿੰਨੀਆਂ ਦਿਲ ਖਿੱਚਵੀਆਂ ਸ਼ਹੀਦੀਆਂ ਨੇ। ਤਾਂ ਗੁਰਮੁਖ ਪਿਆਰਿਓ, ਆਪਣੇ ਘਰ ਦੇ ਵਿੱਚ ਕੋਈ ਪੁੱਤਰ ਨਿੱਕਾ ਜਿਹਾ ਇੰਨੀ ਕੁ ਉਮਰ ਦਾ ਚੜ੍ਹਾਈ ਕਰ ਜਾਏ ਨਾ, ਮਾਂ ਪਿਓ ਭੈਣ ਭਾਈ ਕਮਲੇ ਹੋ ਜਾਂਦੇ ਨੇ। ਕੁਛ ਨਹੀਂ ਸੁੱਝਦਾ, ਕੁਝ ਨਹੀਂ ਪਤਾ ਲੱਗਦਾ। ਮਾਂ ਬੇਸੁਰਤ ਹੋ ਜਾਂਦੀ ਹੈ, ਬਾਰ-ਬਾਰ ਗੁੰਮ ਹੁੰਦੇ ਆ। ਪਰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਲਾਲ 7 ਸਾਲ ਤੇ 9 ਸਾਲ ਦੀਆਂ ਮਾਸੂਮ ਜਿੰਦਾਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਦਿਲ ਨੂੰ ਪੁੱਛ ਕੇ ਦੇਖੀਏ। ਮਾਤਾ ਸੁੰਦਰੀ ਜੀ, ਮਾਤਾ ਜੀਤੋ ਜੀ, ਮਾਤਾ ਗੁਜਰ ਕੌਰ, ਉਹਨਾਂ ਦੇ ਦਿਲਾਂ ਨੂੰ ਪੁੱਛ ਕੇ ਦੇਖੀਏ ਵੀ ਆਹ ਦਿਨ ਉਹਨਾਂ ਵਾਸਤੇ ਕਿੰਨੇ ਦਰਦਨਾਕ ਨੇ, ਕਿੰਨੇ ਇਤਿਹਾਸਕ ਦਿਨ ਨੇ ਜਿਹੜੇ ਦਰਦਨਾਕ ਨੇ। ਅੱਜ 5 ਪੋਹ ਦਾ ਦਿਨ ਚੱਲ ਰਿਹਾ, ਤਾਂ ਗੁਰਮੁਖ ਪਿਆਰਿਓ 13 ਪੋਹ ਤੱਕ ਸਭ ਕੁਝ ਖਤਮ ਹੋ ਗਿਆ ਸੀ। ਦੇਖ ਲਓ ਕਿੰਨੇ ਕੁ ਦਿਨ ਵਿੱਚ ਨੇ। ਪੁੱਛੋ ਮਾਤਾ ਗੁਜਰ ਕੌਰ ਨੂੰ, ਉਹਨਾਂ ਦੇ ਪੋਤਰੇ ਸੀ, ਮਾਤਾ ਜੀਤਾਂ ਦੇ ਪੁੱਤਰ ਔਰ ਮਾਤਾ ਸੁੰਦਰੀ ਦੇ ਪੁੱਤਰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕਿੰਨਾ ਵੱਡਾ ਪਰਿਵਾਰ ਨੂੰ ਧੱਕਾ ਪਿਆ ਹੋਇਆ, ਵਿਛੋੜਾ ਹੈ। ਪਰ ਅੱਜ ਦਾ ਸਿੱਖ ਕੀ ਕਰਦਾ, ਕਿੱਧਰ ਨੂੰ ਜਾ ਰਿਹਾ? ਕਦੇ ਜਲੇਬੀਆਂ ਦਾ ਲੰਗਰ ਲਾ ਰਹੇ ਆ, ਕਦੇ ਪਕੌੜਿਆਂ ਦਾ ਲੰਗਰ ਲਾ ਰਹੇ ਆ, ਕਦੇ ਸਰਕਸਾਂ ਵੇਖ ਰਹੇ ਆ, ਕਦੇ ਟੀਵੀਆਂ ਤੇ ਫਿਲਮਾਂ ਵੇਖ ਰਹੇ ਆ, ਕਦੇ ਗਾਉਣ ਵਾਲੀਆਂ ਲਾ ਰਹੇ ਆ, ਕਦੇ ਛੋਲੇ ਪੂਰੀਆਂ ਦਾ ਲੰਗਰ ਲਾ ਰਹੇ ਆ। ਕੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੁਹਾਨੂੰ ਵੇਖਦੇ ਨਹੀਂ ਹੋਣੇ ਵੀ ਮੇਰੇ ਤਾਂ ਪੁੱਤਰ, ਮੇਰਾ ਤਾਂ ਪਰਿਵਾਰ, ਮੇਰਾ ਆਨੰਦਪੁਰ ਸਾਹਿਬ ਸਭ ਕੁਝ ਉਜੜ ਗਿਆ, ਇਹਨਾਂ ਸਿੱਖਾਂ ਨੂੰ ਚਾਅ ਚੜਿਆ ਪਿਆ ਹੋਇਆ। ਕੀ ਤੁਹਾਡੇ ਤੇ ਫਿਰ ਖੁਸ਼ੀਆਂ ਹੋਣਗੀਆਂ? ਤਾਂ ਗੁਰਮੁਖ ਪਿਆਰਿਓ, ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਭਾਈ ਸਦਾ ਹੀ ਵੇਖਦੇ ਨੇ, ਸਦਾ ਹੀ ਉਹ ਸਾਨੂੰ ਦੇਖਦੇ ਨੇ। ਉਹ ਕਿਤੇ ਗਏ ਨਹੀਂ ਹਨ। ਇਹ ਖੁਸ਼ੀਆਂ ਦਾ ਮਾਹੌਲ ਨਹੀਂ, ਇਹ ਕੋਈ ਏਦਾਂ ਖਾਣ ਪੀਣ ਦਾ ਮਾਹੌਲ ਨਹੀਂ। ਇਹ ਤਾਂ ਉਹਨਾਂ ਦੀ ਯਾਦ ਦੇ ਵਿੱਚ ਬੈਠ ਕੇ
ਅਫਸੋਸ ਕਰਨ ਦਾ ਟਾਈਮ ਆ। ਸਾਡੇ ਘਰ ਦੇ ਵਿੱਚ ਕੋਈ ਬੰਦਾ 35-40 ਸਾਲ ਦਾ ਚੜ੍ਹਾਈ ਕਰ ਜਾਏ ਨਾ, ਉਹ ਵੀ ਕਹਿਣਗੇ ਭਾਈ ਨਾ ਮੂੰਗੀ ਜੀ ਦੀ ਦਾਲ ਬਣਾ ਲਓ, ਤੜਕਾ ਤੁੜਕਾ ਨਾ ਲਾਇਓ, ਨੌਜਵਾਨ ਉਮਰ ਸੀ, ਸਿੰਪਲ ਜਿਹਾ ਬਸ ਲੰਗਰ ਬਣਾ ਲਿਓ, ਕੋਈ ਬਹੁਤਾ ਲੋੜ ਨਹੀਂ ਹੈ। ਨੌਜਵਾਨ ਉਮਰ ਸੀ, ਦੀ ਉਮਰ ਕਿਹੜੀ ਸੀ ਹਜੇ। ਤੇ ਗੁਰਮੁਖ ਪਿਆਰਿਓ, ਸਾਨੂੰ ਆਪਣੇ ਚੇਤੇ ਰਹਿੰਦੇ ਨੇ ਜਦੋਂ ਗੁਰੂ ਕੇ ਲਾਲਾਂ ਦੀ ਗੱਲ ਆਉਂਦੀ ਆ, ਗੁਰੂ ਕੇ ਪਰਿਵਾਰ ਦੀ ਗੱਲ ਆਉਂਦੀ ਆ, ਉਦੋਂ ਸਿੱਖ ਖੁਸ਼ੀਆਂ ਮਨਾਉਂਦੇ ਆ। ਸਵਾਦ ਤਾਂ ਆਉਂਦਾ, ਤਾਂ ਪਤਾ ਲੱਗੂਗਾ ਵੀ ਜਦੋਂ ਆਪਣੇ ਚੜ੍ਹਾਈ ਕਰੇ ਹੁੰਦੇ ਨੇ ਨਾ, ਉਦੋਂ ਫਿਰ ਇਹੋ ਜਿਹੇ ਕੰਮ ਕਰੀਏ ਅਸੀਂ, ਫਿਰ ਪਤਾ ਲੱਗੂਗਾ ਕਾਰਨ ਕੀ ਆ, ਕਿਉਂ ਅਸੀਂ ਇਸ ਤਰ੍ਹਾਂ ਕਰਦੇ ਆ। ਕਿਉਂਕਿ ਗੁਰਮੁਖ ਪਿਆਰਿਓ, ਸਾਨੂੰ ਗਿਆਨ ਨਹੀਂ ਹੈ, ਸਾਡੀ ਬੁੱਧੀ ਕੰਮ ਨਹੀਂ ਕਰਦੀ। ਜਿਨ੍ਹਾਂ ਨੂੰ ਗਿਆਨ ਆ ਨਾ, ਉਹ ਤਾਂ ਦਿਨਾਂ ਦੇ ਵਿੱਚ ਉਹ ਸਾਹਿਬਜ਼ਾਦਿਆਂ ਨੂੰ ਯਾਦ ਕਰ ਕਰਕੇ ਭੁੱਬਾਂ ਮਾਰ ਮਾਰ ਕੇ ਰੋਂਦੇ ਨੇ। ਜਿਹੜੇ ਆ ਜਿਨ੍ਹਾਂ ਨੂੰ ਯਾਦ ਆ ਗੁਰੂ ਦੀ ਕਦਰ ਆ। ਇਸ ਕਰਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦੁੱਖ ਦੇ ਨਾਲ ਦੁੱਖ ਮਿਲਾਓ, ਦੁੱਖ ਨੂੰ ਦੁੱਖ ਸਮਝੋ। ਜਿਵੇਂ ਆਪਾਂ ਕਿਸੇ ਦੇ ਘਰੇ ਜਾ ਕੇ ਨਾ, ਮਰਗਤ ਹੋਈ ਹੁੰਦੀ ਆ, ਆਪਾਂ ਘਰੇ ਜਾ ਕੇ ਬਹਿਨੇ ਆ, ਦੁੱਖ ਨਾਲ ਦੁੱਖ ਸਾਂਝਾ ਕਰਦੇ ਆ। ਇਸ ਤਰ੍ਹਾਂ ਸਤਿਗੁਰੂ ਦੇ ਨਾਲ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪ੍ਰਤੱਖ ਗੁਰਤਾ ਗੱਦੀ ਤੇ ਬਿਰਾਜਮਾਨ ਨੇ। ਪ੍ਰਤੱਖ ਇਹਨਾਂ ਦੇ ਕੋਲ ਆ ਕੇ, ਇਹਨਾਂ ਦੇ ਕੋਲ ਬੈਠ ਕੇ ਇਸ ਤਰ੍ਹਾਂ ਦੁੱਖ ਦੇ ਨਾਲ ਦੁੱਖ ਸਾਂਝਾ ਕਰਿਆ ਕਰੋ, ਫਿਰ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ। ਭਾਈ ਜੇ ਅਸੀਂ ਗੁਰੂ ਦੀ ਮਰਿਆਦਾ ਤੋਂ ਉਲਟ ਕੰਮ ਕਰਾਂਗੇ ਨਾ, ਫਿਰ ਮਾਫ ਕਰ ਦਿਓ, ਫਿਰ ਦੁੱਖ ਜ਼ਰੂਰ ਭੋਗਾਂਗੇ। ਇਹ ਮੈਂ ਨਹੀਂ ਕਹਿੰਦਾ, ਗੁਰੂ ਘਰ ਦੀ ਮਾਣ ਮਰਿਆਦਾ ਕਹਿੰਦੀ ਆ। ਅੱਜ ਸੱਚੇ ਪਾਤਸ਼ਾਹ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦਪੁਰ ਸਾਹਿਬ ਛੱਡਿਆ। ਮਹਾਰਾਜ ਜੀ ਕਹਿੰਦੇ ਇਹਨਾਂ ਨੇ ਆ ਕੇ ਕਸਮਾਂ ਖਾਧੀਆਂ ਵੀ ਅਸੀਂ ਆਟੇ ਦੀ ਗਊ ਦੀ ਕਸਮ ਖਾਂਦੇ ਆ, ਅਸੀਂ ਕੁਰਾਨ ਸ਼ਰੀਫ ਦੀ ਕਸਮ ਖਾਂਦੇ ਆ। ਇੱਕ ਵਾਰੀ ਤੁਸੀਂ ਆਨੰਦਪੁਰ ਸਾਹਿਬ ਛੱਡ ਕੇ ਚਲੇ ਜਾਓ, ਅਸੀਂ ਤੁਹਾਨੂੰ ਕੁਝ ਨਹੀਂ ਕਹਾਂਗੇ। ਤਾਂ ਗੁਰਮੁਖ ਪਿਆਰਿਓ, ਮਾਤਾ ਗੁਜਰ ਕੌਰ ਜੀ ਕਹਿਣ ਲੱਗੀ, ਲਾਲ ਜੀ ਸਿੰਘ ਵੀ ਛੱਡ ਕੇ ਚਲੇ ਗਏ, ਬਦਾਵਾ ਲਿਖ ਕੇ ਦੇ ਗਏ ਨੇ। ਆ ਭੁੱਖਣ ਭਾਣੇ ਸਿੰਘ ਇਹਨਾਂ ਦੇ ਵਿਚਾਰਿਆਂ ਦੇ ਇਕੱਲੇ ਹਾਡੀ ਰਹਿ ਗਏ ਆ। ਆਪਾਂ ਵਗ ਚੱਲਦੇ ਤੇ ਮੁੜ ਕੇ ਵਾਪਸ ਫੇਰ ਆ ਜਾਵਾਂਗੇ। ਕਿਵੇਂ ਮਿੰਨਤਾਂ ਕਰ ਰਹੇ ਨੇ, ਦੇਖੋ ਕਿਵੇਂ ਤਰਲੇ ਲੈ ਰਹੇ ਨੇ। ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ, ਮਾਤਾ ਜੀ ਤੁਸੀਂ ਇਹਨਾਂ ਦੀਆਂ ਭੋਲੀਆਂ ਗੱਲਾਂ 'ਚ ਨਾ ਆਓ, ਇਹ ਫਰੇਬੀ ਨੇ, ਇਹ ਧੋਖਾ ਧੜੀ ਕਰਨ ਵਾਲੇ ਨੇ। ਬਹੁਤਾ ਮਾਤਾ ਗੁਜਰ ਕੌਰ ਜੀ ਦੇ ਬਹੁਤਾ ਕਹਿਣ ਤੇ ਗੁਰਮੁਖ ਪਿਆਰਿਓ, ਫਿਰ ਸਤਿਗੁਰੂ ਮਹਾਰਾਜ ਜੀ ਅੱਜ ਦੇ ਦਿਨ ਕਹਿੰਦੇ, ਠੀਕ ਆ ਮਾਤਾ ਜੀ, ਜਿਵੇਂ ਤੁਹਾਡੀ ਆਗਿਆ ਹੈ। ਤਿਆਰੀਆਂ ਕਰ ਲੀਆਂ। ਟੁੱਟੇ ਪੁਰਾਣੇ ਛੱਤਰ ਜਿਹੜੇ ਸੀ, ਮਾਤਾ ਜੀ ਨੂੰ ਕਹਿੰਦੇ ਦੇਖੋ ਤੁਸੀਂ ਇਹਨਾਂ ਦੇ ਬੇਈਮਾਨਾਂ, ਜਿੰਨੇ ਵੀ ਟੁੱਟੇ ਪੁਰਾਣੇ ਛੱਤਰ ਸਭ ਕੁਝ ਸੀ, ਘੋੜਿਆਂ ਦੀ ਲਿੱਦਾਂ। ਤਾਂ ਗੁਰਮੁਖ ਪਿਆਰਿਓ ਗੱਡੇ ਤਿਆਰ ਕਰਕੇ ਬਾਹਰ ਨੂੰ ਤੋਰ ਦਿੱਤੇ। ਸਿੰਘਾਂ ਨੂੰ ਸਮਝਾ ਦਿੱਤਾ ਕਿ ਮਹਾਰਾਜ ਜੀ ਕਹਿੰਦੇ, ਸਿੰਘੋ ਜਦੋਂ ਟੁੱਟ ਕੇ ਪੈਣਗੇ ਤੇ ਪਿੱਛੇ ਨੂੰ ਮੁੜ ਆਣਾ। ਇਸ ਤਰ੍ਹਾਂ ਟੁੱਟਿਆ ਫੁੱਟਿਆ ਘੋੜਿਆਂ ਦੀ ਲਿੱਦ ਔਰ ਜਿਹੜੇ ਜਾਨਵਰ ਚੜ੍ਹਾਈ ਕਰ ਗਏ ਸੀ, ਵਿੱਚ ਘੋੜੇ ਡੰਗਰ ਪਸ਼ੂ ਸਭ ਵਿੱਚ ਲੱਦ ਕੇ ਇਹੋ ਜਿਹਾ ਸਮਾਨ ਵਿੱਚ ਹੀ ਉੱਪਰ ਵਧੀਆ ਵਧੀਆ ਦਸਾਲੇ ਪਾ ਕੇ ਮਸਾਲਾ ਜਗਾ ਕੇ ਤੋਰ ਦਿੱਤੇ। ਤਾਂ ਗੁਰਮੁਖ ਪਿਆਰਿਓ ਹਜੇ ਆਨੰਦਪੁਰ ਦੀ ਬਾਉਂਡਰੀ ਦੇ ਵਿੱਚੋਂ ਥੋੜ੍ਹੀ ਦੂਰ ਹੀ ਨਿਕਲੇ ਸਨ, ਜਦੀ ਭੁੱਲ ਗਏ ਕੁਰਾਨ ਸ਼ਰੀਫ ਦੀਆਂ ਕਸਮਾਂ, ਭੁੱਲ ਗਏ ਗਊ ਦੀਆਂ ਕਸਮਾਂ ਖਾਧੀਆਂ ਹੋਈਆਂ। ਐਲੀ ਐਲੀ ਦੇ ਨਾਰੇ ਲਾ ਕੇ ਟੁੱਟ ਕੇ ਪੈ ਗਏ।
ਜਦੋਂ ਵੇਖਿਆ ਤੇ ਘੋੜਿਆਂ ਦੀ ਲਿੱਦ, ਟੁੱਟੇ ਪੁਰਾਣੇ ਵਸਤਰ ਹੁਣ ਅਜੂ ਸਾਜਦੇ ਫਿਰਦੇ ਨੇ, ਭਾਵ ਕਿ 5 ਸਨਾਨਾ ਕਰਦੇ ਫਿਰਦੇ ਨੇ। ਜਦੋਂ ਹੱਥ ਲਿਬੜੇ ਘੋੜਿਆਂ ਦੀ ਲਿੱਦ ਦੇ ਨਾਲ, ਮਰੇ ਹੋਏ ਪਸ਼ੂ ਪੰਛੀ, ਤੇ ਹੁਣ ਬੜੇ ਭੈ ਪੀਤ ਹੋਏ। ਤੇ ਫਿਰ ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਛੱਡਣ ਦਾ ਫੈਸਲਾ ਕਰ ਲਿਆ। 5 ਪੋਹ ਨੂੰ ਆਨੰਦਪੁਰ ਸਾਹਿਬ ਛੱਡਿਆ ਤੇ ਜਦੋਂ ਛੱਡ ਕੇ ਆਨੰਦਪੁਰ ਸਾਹਿਬ ਨੂੰ ਤੁਰਨ ਲੱਗੇ ਨਾ, ਜਿੰਨਾ ਵੀ ਕੀਮਤੀ ਸਮਾਨ ਸੀ ਮਹਾਰਾਜ ਜੀ ਦਾ, ਕੀਮਤੀ ਗ੍ਰੰਥ, ਸਾਰੇ ਗ੍ਰੰਥ ਮਹਾਰਾਜ ਜੀ ਨੇ ਅਗਨ ਭੇਟ ਕਰ ਦਿੱਤੇ। ਨਾਲੇ ਬਚਨ ਕਰਦੇ ਨੇ, ਐ ਅਗਨ ਦੇਵਤਾ, ਇਹ ਸਾਡੇ ਕੀਮਤੀ ਗ੍ਰੰਥ ਨੇ, ਇਹਨੂੰ ਸਾਂਭ ਕੇ ਰੱਖੀ, ਇਹ ਸਾਡੀ ਅਮਾਨਤ ਹੈ। ਆਉਣ ਵਾਲੇ ਸਮੇਂ ਦੇ ਵਿੱਚ ਮੇਰਾ ਖਾਲਸਾ ਪੜ੍ਹਿਆ ਕਰੇਗਾ, ਇਹਨਾਂ ਨੂੰ ਸਾਂਭ ਕੇ ਰੱਖੀ। ਤੇ ਜਿੰਨੇ ਵੀ ਚਾਂਦੀ ਸੋਨਾ ਹੀਰੇ ਮੋਤੀ ਸਨ, ਉਹ ਮਹਾਰਾਜ ਨੇ ਸਾਰੇ ਨਦੀ ਦੇ ਵਿੱਚ ਰੋੜ ਦਿੱਤੇ। ਐ ਜਲ ਦੇਵਤਾ, ਆ ਮੇਰੀ ਅਮਾਨਤ ਸਾਂਭ ਕੇ ਰੱਖੀ, ਆਉਣ ਵਾਲੇ ਸਮੇਂ ਦੇ ਵਿੱਚ ਮੇਰਾ ਖਾਲਸਾ ਵਰਤੇਗਾ। ਸਾਰੇ ਜਿੰਨੇ ਵੀ ਵਸਤਰ ਸਨ, ਸਭ ਕੁਝ ਮਹਾਰਾਜ ਜੀ ਨੇ ਅਗਨ ਭੇਟ ਕਰ ਦਿੱਤਾ। ਤਾਂ ਹੁਣ ਚੱਲ ਕੇ ਆਨੰਦਪੁਰ ਸਾਹਿਬ ਤੋਂ ਜਦੋਂ ਤੁਰਨ ਲੱਗੇ, ਜਿਹੜੀ ਆਨੰਦਪੁਰ ਦੀ ਧਰਤੀ ਸੀ, ਉਹਨੇ ਦੇਵੀ ਦਾ ਰੂਪ ਧਾਰਨ ਕਰਕੇ ਅੱਗੇ ਆ ਕੇ ਖਲੋਗੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘੋੜੇ ਮੂਹਰੇ। ਸੱਚੇ ਪਾਤਸ਼ਾਹ, ਜਾਣ ਲੱਗਿਓ, ਹੁਣ ਤੁਸੀਂ ਜਾਣ ਲੱਗਿਓ, ਨਾ ਜਾਓ। ਤਾਂ ਗੁਰਮੁਖ ਪਿਆਰਿਓ, ਆਨੰਦਪੁਰ ਦੀ ਧਰਤੀ ਵੀ ਪੁੱਬਾ ਮਾਰ ਮਾਰ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅੱਗੇ ਰੋ ਪਈ ਹੈ। ਆਨੰਦਪੁਰ ਦੀਆਂ ਗਲੀਆਂ ਵੀ ਰੋ ਰਹੀਆਂ ਨੇ। ਮਹਾਰਾਜ ਜੀ ਧਰਤੀ ਦੇ ਨਾਲ ਵਾਅਦਾ ਕਰਦੇ, ਕਹਿੰਦੇ ਆਨੰਦਪੁਰ ਦੀ ਧਰਤੀ ਨਾਲ ਵਾਅਦਾ ਕਰਦੇ ਆ। ਮਹਾਰਾਜ ਜੀ ਨੂੰ ਪੁੱਛਦੇ, ਕਹਿੰਦੀ ਮਹਾਰਾਜ ਜੀ ਹੁਣ ਤੁਸੀਂ ਜਾਣ ਲੱਗੇ ਹੋ, ਕਦੋਂ ਆਓਗੇ? ਹੁਣ ਕਦੋਂ ਵਾਪਸ ਆਓਗੇ? ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਹੁਣ ਅਸੀਂ ਮੁੜ ਕੇ ਨਹੀਂ ਆਵਾਂਗੇ, ਹੁਣ ਅਸੀਂ ਮੁੜ ਕੇ ਨਹੀਂ ਆਵਾਂਗੇ। ਇੱਥੇ ਮੇਰਾ ਖਾਲਸਾ ਆਇਆ ਕਰੇਗਾ, ਬੜੇ ਬੜੇ ਮੇਲੇ ਲੱਗਿਆ ਕਰਨਗੇ, ਹੁਣ ਅਸੀਂ ਨਹੀਂ ਮੁੜ ਕੇ ਆਵਾਂਗੇ, ਖਾਲਸਾ ਆਏਗਾ, ਖਾਲਸੇ ਵਿੱਚ ਹੀ ਮੇਰਾ ਨਿਵਾਸ ਹੋਇਆ ਕਰੇਗਾ। ਤਾਂ ਗੁਰਮੁਖ ਪਿਆਰਿਓ, ਅੰਬਰ ਵੀ ਰੋਇਆ, ਧਰਤੀ ਵੀ ਰੋਈ ਤੇ ਅੰਬਰ ਵੀ ਰੋਇਆ ਜਦੋਂ ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਨੰਦਪੁਰ ਨੂੰ ਛੱਡ ਕੇ ਗਏ। ਅਤੇ ਛੋਟੇ ਸਾਹਿਬਜ਼ਾਦੇ, ਵੱਡੇ ਸਾਹਿਬਜ਼ਾਦੇ ਆਨੰਦਪੁਰ ਸਾਹਿਬ ਨੂੰ ਪਿੱਛੇ ਮੁੜ ਮੁੜ ਕੇ ਵੇਖਦੇ ਆ, ਪਿੱਛੇ ਨੂੰ ਮੁੜ ਮੁੜ ਕੇ ਦੇਖਦੇ ਨੇ। ਭਾਈ ਦਿਆਲ ਸਿੰਘ ਜੀ ਕਹਿਣ ਲੱਗੇ, ਬਾਬਾ ਜੀ ਕੀ ਵੇਖਦੇ ਹੋ? ਕਹਿਣ ਲੱਗੇ, ਅਸੀਂ ਇਹ ਵੇਖਦੇ ਆ, ਇਹ ਧਰਤੀ ਦੇ ਉੱਤੇ ਜੰਮੇ ਪਲੇ ਖੇਡੇ ਆ, ਅੱਜ ਆਨੰਦਪੁਰੀ ਨੂੰ ਛੱਡ ਕੇ ਚੱਲਣ ਲੱਗੇ ਆ, ਪਤਾ ਨਹੀਂ ਮੁੜ ਕੇ ਆਣਾ ਕਿ ਨਾ ਆਣਾ। ਇਹ ਤਾਂ ਵੇਖਦੇ ਅਸੀਂ, ਇਹ ਧਰਤੀ ਦੇ ਉੱਤੇ
खेड खेड के बचपन गुजारिया, अज छड्ड के चलिया, पता नहीं मुड़ के आवांगे कि ना आवांगे। छोटे साहिबजादे बड़े साहिबजादे नूं कहण लगे, वीर जी एक बार कुट के गल बकड़ी विच लै लो, जे किते विछड़ गए की पता मिलांगे कि ना मिलांगे। अखीर वार दियां मिलनियां साहिबजादियां नाल होईयां, छोटे साहिबजादियां दियां ते बड़े साहिबजादियां दियां। एक दूसरे नूं गल बकड़ी पा के मिले, कुट कुट के जफ्फियां पा के मिले। तो गुरमुख प्यारे जदों छड्ड के जे आनंदपुर तो थोड़ी दूरी होए, जदी ये जड़ियां फौजां सी टुट के पै गईयां। भाई धार दे राजे दी जड़ियां फौजां सी वो ऐली ऐली दे नारे ला के टुट के सारे पै गए। इत्थे फिर घमसान दा जंग शुरू हो गया। सतगुरु कलगीधर पातशाह गुरु गोबिंद सिंह महाराज जी ने सिंह कहन लगे, सच्चे पातशाह तुसीं अगे जाके रुको, असीं इन्हां दे नाल करदे हां दो हत्थ। कुछ सिंघां ने मुगलों नूं रोकिया ते सतगुरु कलगीधर पातशाह गुरु गोबिंद सिंह महाराज अगे आए। अगे आके दरिया दे सरसा दे कंढे ते डेरा लाया। कंढे दे उत्ते डेरा लाया तां गुरमुख प्यारे इत्थे फिर जिहड़ी 5 पो दी रात ओ कट्टी ते 6 पो दी रात ओ भी इत्थे कट्टी। तां गुरमुख प्यारिओ सरसा दे उत्ते जाके डेरा लाया ते पिछे घमसान दा जंग हुंदा रहा, युद्ध हुंदा रहा। सो अज 5 पो सी, इस करके मैं इतिहास नाल दी नाल भी 5 पो नूं की होया ते 6 पो नूं की होया। ते ओ साहिबजादियां दी याद विच रोज शाम नूं अद्धा पौना घंटा गुरुद्वारा साहिब जाप होया करूगा। उन्हां दी याद विच बैठा करांगे, मूल मंत्र दे पाठ, गुरमंत्र दा जाप ते सारियां संगतां भाई गुरु दे नाल दुख साझा करन वास्ते 13 तरीक तक सारियां संगतां शाम नूं समां कढ करके अद्धा घंटा जरूर गुरु दे नाल दुख साझा करन वास्ते आपां बैठिया करना है। सो उन्हां दी याद विच सिमरन करा करांगे, उन्हां दे नाल दुख साझा करांगे, फिर गुरु दी खुशियां प्राप्त होंदियां ने, फिर खुशियां मिलदियां ने। नितनेम होया करेगा 6 बजे नितनेम की समाप्ति होया करेगी। 6 बजे तो लैके 6:30 पौने 7 बजे तक उन्हां दी याद विच, साहिबजादियां दी याद विच बैठ के सिमरन करया करांगे, जाप करया करांगे। सारियां संगतां, सारा नगर समय चों समां कढ करके पहुंचा करो ਅਤੇ ਉਹਨਾਂ ਦੀ ਯਾਦ ਵਿੱਚ 25 ਤਰੀਕ ਨੂੰ, 26 ਤਰੀਕ ਨੂੰ, 27, 25, 26, 27 ਨੂੰ ਸ੍ਰੀ ਅਖੰਡ ਪਾਠ ਸਾਹਿਬ ਆਪਣੇ ਗੁਰਦੁਆਰਾ ਸਾਹਿਬ ਪ੍ਰਾਰੰਭ ਹੋਣਗੇ। ਸਭ ਸੰਗਤਾਂ ਨੇ ਯੋਗਦਾਨ ਪਾ ਕੇ ਸਤਿਗੁਰੂ ਜੀ ਦੀਆਂ, ਸਾਹਿਬਜ਼ਾਦੇ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। सतगुरु जी देखते आ सदा ही भाई, वो सदा ही हाजिर नाजर ने। उन्हां दे नाल दुख साझा करना आपां ने, खुशियां नहीं मनाणियां। सो
25 ਤਰੀਕ ਦਾ ਰਾਤ ਦਾ ਦੀਵਾਨ ਲਾਵਾਂਗੇ ਤੇ 26 ਤਰੀਕ ਦਾ ਰਾਤ ਦਾ ਦੀਵਾਨ ਹੋਏਗਾ ਤੇ 27 ਨੂੰ ਭੋਗ ਤੇ ਦੀਵਾਨ ਹੋਏਗਾ ਕੀਰਤਨ। ਗੁਰੂ ਕੇ ਲੰਗਰ ਦੀਆਂ ਸੇਵਾਵਾਂ ਚੱਲਣਗੀਆਂ। ਤੋ ਇਸ ਕਰਕੇ ਸਾਰੀਆਂ ਸੰਗਤਾਂ ਨੇ ਵੱਧ ਤੋਂ ਵੱਧ ਚੜ੍ਹ ਕੇ ਗੁਰੂ ਘਰ ਆਪੋ ਆਪਣੀਆਂ ਦਸਾਂ ਨੌਂ ਦੇ ਕਿਰਤ ਕਮਾਈਆਂ ਵਿੱਚੋਂ ਸ੍ਰੀ ਅਖੰਡ ਪਾਠ ਸਾਹਿਬ ਦੀਆਂ ਸੇਵਾਵਾਂ ਵਾਸਤੇ, ਲੰਗਰਾਂ ਦੀਆਂ ਸੇਵਾਵਾਂ ਵਾਸਤੇ ਆਪਣਾ ਯੋਗਦਾਨ ਪਾਉਣਾ। ਤੇ ਲੰਗਰ ਜਿਵੇਂ ਆਪਣਾ ਅੱਗੇ ਰੋਡ ਦੇ ਉੱਤੇ ਚੱਲਦਾ, ਉੱਥੇ ਵੀ ਰਾਹੀਆਂ ਪਾਂਧੀਆਂ ਵਾਸਤੇ ਜੋ ਲੰਗਰ ਆ ਸੰਗਤਾਂ ਵਾਸਤੇ ਉਹ ਵੀ ਉਸੇ ਤਰ੍ਹਾਂ ਜਾਰੀ ਰਹੇਗਾ। ਸੋ ਸਾਰੀਆਂ ਸੰਗਤਾਂ ਨੇ ਭਾਈ ਵੱਧ ਤੋਂ ਵੱਧ ਚੜ੍ਹ ਕੇ ਸੇਵਾਵਾਂ ਕਰਕੇ ਸਤਿਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਲੋਕ ਸੁਖੀਏ ਪਰਲੋਕ ਸਹਿਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਆਓ ਆਪਾਂ ਨੇ 10 ਮਿੰਟ ਅੱਗੇ ਮੰਗੋ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀ ਨੇ। ਸੇਵਾਵਾਂ ਇੱਟਾਂ ਦੀ ਸੇਵਾ ਕਰਾਂਗੇ, ਫਿਰ ਸਤਿਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਾਂਗੇ। ਆਓ ਲੋਕ ਸੁਖੀਏ ਪਰਲੋਕ ਸਹਿਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਜੋ ਅੱਜ ਦੇਗ ਦੀਆਂ ਸੇਵਾਵਾਂ ਨੇ, ਸਰਦਾਰ ਸੇਵਾ ਸਿੰਘ ਜੀ ਪ੍ਰਧਾਨ ਸਾਹਿਬ ਇਹਨਾਂ ਪਰਿਵਾਰ ਵੱਲੋਂ ਦੇਗ ਦੀਆਂ ਸੇਵਾਵਾਂ ਨੇ। ਆਓ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰੀਏ। ਅਰਦਾਸ ਹੁਕਮਨਾਮਾ ਸਾਹਿਬ ਕੜਾ ਪ੍ਰਸਾਦ ਦੀ ਗੱਲ ਕਰਕੇ ਫਿਰ 10-15 ਮਿੰਟ ਸੇਵਾ ਇੱਟਾਂ ਦੀ ਕਰਕੇ ਫਿਰ ਆਪੋ ਆਪਣੇ ਕਾਰੋਬਾਰ ਕਰਨੇ ਨੇ। ਲੋਕ ਸੁਖੀਏ ਪਰਲੋਕ ਸਹਿਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਤਰਤ ਮਹਤ, ਦਿਵਸ ਰਾਤ ਦੋ ਦਾਈ ਦਾਇਆ, ਖੇਲੇ ਸਗਲ ਜਗਤ, ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਦੂਰ, ਕਰਮੀ ਆਪੋ ਆਪਣੇ, ਕੇ ਨੇੜੇ ਕੇ ਦੂਰ, ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ, ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ, ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।